बिस्मिल्लाहिर्रहमानिर्रहीम अस्सलाम वालेकुम। तो नाज़रीन मेरे सामने तुसी फार्मर नूं देख रहे हैं, बड़े प्रोग्रेसिव फार्मर आ ते अलहमदुलिल्ला अज तिलों के खेत दे विच मौजूद आ ते इन्हां दे हत्थ दे विच T20 भी फड़िया होया वा ते नाल स्प्रे मैन भी मौजूद आ। अच्छा, सब तो पहले तो जिहड़ा बहुत वड्डा मसला हुण दरपेश आ रहा ना वो यह आ कि जर्मीनेशन के बहुत सारे मसाइल आ, क्योंकि टैंपरेचर 49 ते चला गया वा ते देखिया वा किसान जिहड़े आ वो सुहागे ते भी बीजते आ, चोपे भी लवा रहे आ ते खेड़ा कढ के मतलब 2-3 तरीके आ। ते अज मास्टर साहब नूं ये पुछांगे कि सब तो अच्छी जर्मीनेशन का राज किहड़ी चीज़ दे विच आ, किद्दां काश्त करनी चाहिए। अस्सलाम वालेकुम जी। वालेकुम सलाम। अच्छा जी, दसो सानू कि तिल की अच्छी जर्मीनेशन किहड़े तरीके नाल हुंदी है। अच्छा शाद भाई, दो गल्लां वा। एक तो तुहाडे कोल अगर पानी का वसाइल हैगा वा ते फिर तो तुसीं इहनूं खेलियां ते काश्त करो। अच्छा जी। अगर तुहाडे कोल पानी की कमी, जिस तरह आपां नूं भी पानी के मसले दरपेश आ रहे हैं, असीं इहनूं की कीता, सिर्फ सिंगल राउणी कीती है। सिंगल राउणी तो बाद तार बत्तर दे विच फी किला 2 किलो बीज इस्तेमाल करके पहले असीं रूटर मारिया। रूटर मारन तो बाद उहदे उत्ते छट्टा कीता तिलां दे बीज दा। छट्टा करके थोड़े हल ला के सिंगल सुहागा लम्मे दा इहनूं मारिया। अच्छा तुसीं वेख सकदे हो तिलां दी जर्मीनेशन माशाअल्लाह मेरी नज़र नाल ते 100% ही है। अच्छा ते इस तो ज़्यादा जर्मीनेशन तो सानूं चाहिदी भी नहीं सीगी। माशाअल्लाह बहुत ज़्यादा आ गई, उस सानूं शदराई ना करनी पवे। नहीं, जर्मीनेशन तो बहुत हाँ प्यारी जी, है। बहुत प्यारी जर्मीनेशन आ। ते इसलिए सोचा असीं कि हुण इहनूं स्प्रे दी जरूरत पई है। स्प्रे मैन भी नाल फड़िया अच्छा ते असीं ਉਹਨੂੰ जनाब टार्जन कंपनी ਦਾ ਲਿਆਂਦਾ ਸੀਗਾ ਤਿਰੰਗ ਤੇ ਨਾਲ NPK ਆ ਇਹਨਾਂ ਦਾ T20 ਦੇ ਨਾਂ ਤੋਂ। अच्छा ਮੈਂ ਕਿਹਾ ਵੀ ਥੋੜੀ ਜਿਹੀ ਗਰੋਥ ਟੈਂਪਰੇਚਰ ਜ਼ਿਆਦਾ ਵਾ, ਥੋੜੀ ਜਿਹੀ ਗਰੋਥ ਬਿਹਤਰ ਹੋ ਜਾਵੇ ਤੇ ठीक है। ਨਾਲ ਇਹਨਾਂ ਨੂੰ ਫਿਰ NPK ਦਾ ਨਾਲ ਸਪਰੇ ਵੀ ਕਰ ਦਿੱਤਾ। अच्छा ਕਰਦੇ शुक्रिया। ਪਏ ਆ ਅਸੀਂ अच्छा ਅੱਜ ਇਨਸ਼ਾਅੱਲਾ ਜੀ। ਤੇ ਵੇਖੋ ਹੁਣ ਕੀ ਬਣਦਾ ਵਾ। चलो अल्लाह खैर करेगा, अल्लाह ताला तुहाडी ये मेहनत जिहड़ी आ ये राएगा नहीं जान दिंदा। ते ये दसो हुण दूसरा सवाल मेरा है कि ऐतकी तिल दी काश्त जिहड़ी आ पिछले साल दी निस्बत की ऐतकी मतलब हिसाब आ थोड़ी है कि ज़्यादा वा। ਤੁਸੀਂ ਇਹ ਦੇਖ ਲਓ, ਪਿਛਲੇ ਸਾਲ ਮੈਂ ਇੱਕ ਕਨਾਲ ਵੀ ਨਹੀਂ ਲਾਈ ਸੀ, ਇਸ ਦਫਾ ਮੈਂ 10 ਕਿੱਲੇ ਲਾ ਦਿੱਤੇ ਆ ਤੇ माशाअल्लाह। ਸੋਚਦੇ ਪਏ ਆ ਕਿ ਚਾਈਨਾ ਨੇ ਇਹਦਾ ਰੇਟ 32000 ਰੁਪਇਆ ਕਰ ਦਿੱਤਾ ਵਾ। अच्छा। ਆਪਣੇ ਮੁਲਕ ਦੇ ਕੋਲੇ ਤਾਂ ਹਾਲਾਤ ਇਦਾਂ ਦੇ ਸੀਗੇ ਤੇ ਉਹਨਾਂ ਦੀ ਮਿਹਰਬਾਨੀ ਆ ਕਿ ਉਹਨਾਂ ਨੇ ਅਸੀਂ ਕਿਹਾ ਕਿ 32000 ਚ ਖਰੀਦਾਂਗੇ ਤੇ ਜ਼ਿਆਦਾ ਤੇਲ ਲਾਣੇ ਚਾਹੀਦੇ ਆ ਤਾਂ ਕਿ ਇਹਦਾ ਖਰਚਾ ਵੀ ਘੱਟ ਆ अच्छा ਤੇ ਮੁਨਾਫਾ ਵੀ ਜ਼ਿਆਦਾ ਵਾ। पिछले साल तो 22,000 ਨੂੰ ਮੰਨ ਗਏ ਸੀ। ਪਿਛਲੇ ਸਾਲ ਨੂੰ 22000 ਮਨ ਸੀ, ਇਸ ਦਫਾ 32000 ਨੂੰ ਹੋ ਜਾਣਗੇ। ਅੱਛਾ, ਉਹਨਾਂ ਦਾ ਕੋਈ ਟੈਂਡਰ ਹੋ ਗਿਆ ਇਹਨਾਂ ਨਾਲ? ਹਾਂਜੀ ਹੋ ਗਿਆ ਜੀ ਉਹਨਾਂ ਦਾ। ਅੱਛਾ ਅੱਛਾ, ਕਿੰਨੇ ਲੱਖ ਟਨ ਦਾ? 5 ਲੱਖ ਟਨ ਦਾ ਅੱਛਾ, 5 ਲੱਖ ਟਨ ਇੰਪੋਰਟ ਹੋਏਗਾ ਹੈ। ਹੋ ਗਿਆ। ਅੱਛਾ ਅੱਛਾ ਤੇ ਤੇਲ ਜ਼ਿਆਦਾ ਲਾਣੇ ਚਾਹੀਦੇ ਆ, ਇਹਦੇ ਚ ਪਾਣੀ ਦੀ ਵੀ ਬਚਤ ਆ ਜ਼ਿਮੀਦਾਰ ਨੂੰ ਤੇ ਖਰਚੇ ਦੀ ਵੀ ਬਚਤ ਆ। ਅੱਛਾ ਅੱਛਾ। ਹੁਣ ਤੁਸੀਂ ਦੇਖਦੇ ਪਏ ਆ ਲਾਇਆ ਤੇਲ ਕਾਸ਼ਤ ਕਰਨ ਤੋਂ ਬਾਅਦ ਪਹਿਲੇ ਸਪਰੇਅ ਕਰਦੇ ਪਏ ਆ, ਇੱਕ ਅੱਧੀ ਹੋਰ ਸਪਰੇਅ ਕੀਤੀ ਤੇ ਇਹਨਾਂ ਨੇ ਫਲੀਆਂ ਤੇ ਆ ਜਾਣਾ। ਠੀਕ ਹੋ ਗਿਆ। ਲਓ ਜੀ ਨਾਜ਼ਰੀਨ, ਤਿਲਾਂ ਦੇ ਬਾਰੇ ਮਾਸਟਰ ਸਾਹਿਬ ਨੇ ਦੱਸਿਆ, ਇੱਕ ਤਾਂ ਰੇਟ ਬੜਾ ਅੱਛਾ ਵਾ, ਉਹ ਡਰ ਖਤਮ ਹੋ ਗਿਆ ਵਾ ਕਿ ਇਸ ਦਾ ਰੇਟ ਨਾ ਡਾਊਨ ਹੋ ਜੇ। ਰੇਟ ਇਹਦਾ ਬਲਕਿ ਵਧੇਗਾ, ਇਨਕਰੀਜ਼ ਹੋਏਗਾ ਤੇ ਜ਼ਿਆਦਾ ਜ਼ਿਆਦਾ ਇਹਦਾ ਟਾਈਮ ਤਿਲਾਂ ਦਾ ਕਿੱਥੋਂ ਤੱਕ ਹੈ ਜੀ ਸਾਡੇ ਫਾਰਮਰ ਕਾਸ਼ਤ ਕਰ ਲੈਣ ਮਜ਼ੀਦ? ਨਹੀਂ, ਬਿਹਤਰੀਨ ਟਾਈਮ ਚੱਲਦਾ ਪਿਆ, ਹਜੇ ਵੀ ਬਿਹਤਰੀਨ ਟਾਈਮ ਹੈਗਾ ਜੀ। ਜਿਨ੍ਹਾਂ ਨੇ ਅੱਗੇ ਮੱਕੀ ਨਹੀਂ ਨਾ ਬੀਜਣੀ ਜਾਂ ਜਿਨ੍ਹਾਂ ਨੇ ਅੱਗੇ 1509 ਮੁੰਜੀ ਨਹੀਂ ਲਾਣੀ, ਬਲਕਿ ਮੁੰਜੀ ਨੂੰ ਤਾਂ ਛੱਡਣਾ ਚਾਹੀਦਾ ਵਾ, ਉਹਦਾ ਰੇਟ ਕਿਹੜਾ ਬਣਦਾ ਵਾ। ਤੇਲ ਹੀ ਬੀਜਣੇ ਚਾਹੀਦੇ ਆ, ਮਾੜੇ ਜ਼ਿਮੀਦਾਰ ਨੂੰ ਤੇਲ ਹੀ ਬਚਾਉਣਗੇ ਅਗਰ ਬਚ ਸਕਦੇ ਆ ਅਸੀਂ। ਕਿੰਨਾ ਕੁ ਖਰਚਾ ਕਿੱਲੇ ਦਾ ਤਿਲਾਂ ਦਾ? ਤਿਲਾਂ ਦਾ ਖਰਚਾ ਤੁਸੀਂ ਇਹ ਕਹ ਲਓ ਕਿ 2-3 ਹਜ਼ਾਰ ਦਾ ਇਹਦਾ ਬੀਜ ਆ, ਗਾਂ ਇੱਕ ਬੋਰੀ ਨੈਟਰੋ ਦੀ ਪਾ ਕੇ ਤਿੱਲਾ ਘਰੇ ਪੱਕ ਜਾਣਗੇ, ਆਹ ਖਰਚਾ ਇਹਦਾ। ਬਸ 7,000 ਦੀ ਨੈਟਰੋਫਾਸ ਦੀ ਬੋਰੀ ਆ ਤੇ 3000 ਦਾ ਬੀਜ, 10,000 ਹੋ ਗਿਆ, 1000 ਦੀ ਕੋਈ ਸਪਰੇ ਹੋ ਜਾਊਗੀ। ਅੱਛਾ, ਟੋਟਲ ਖਰਚਾ 11-12,000 ਰੁਪਏ ਫੀ ਏਕੜ ਚੰਗਾ। ਅੱਛਾ। ਲਓ ਜੀ ਨਾਜ਼ਰੀਨ, ਬਹੁਤ ਅੱਛੀ ਗੱਲ ਮਾਸਟਰ ਸਾਹਿਬ ਨੇ ਦੱਸੀ ਆ। 10 ਕਿੱਲੇ ਕਾਸ਼ਤ ਕਰ ਦਿੱਤੇ ਆ ਤੇ ਟਾਈਮ ਹੈਗਾ ਵਾ, ਇਹਦੇ ਤੋਂ ਫਾਇਦਾ ਉਠਾ ਲਓ ਤੁਸੀਂ। ਤੇਲਦਾਰ ਅਜਨਾਸ ਦੇ ਵਿੱਚ ਆਉਂਦਾ ਵਾ ਤੇ ਇਸ ਦੀ ਜਿਹੜਾ ਰੇਟ ਆ ਉਹ ਵੀ ਅੱਛਾ ਵਾ ਤੇ ਇਹ ਜ਼ਿਆਦਾ ਮੇਰੇ ਫਾਰਮਰ ਜਿਹੜੇ ਉਹ ਕਾਸ਼ਤ ਕਰ ਲੈਣ। ਲੇਕਿਨ ਵੀਡੀਓ ਤੇਲ ਤਾਰ ਵੱਤਰ ਦੇ। ਅੱਛਾ, ਤਾਰ ਵੱਤਰ ਜਿਵੇਂ ਬਿਲਕੁਲ ਤੁਹਾਨੂੰ ਪਤਾ ਲੱਗ ਜੇ ਵੀ ਗਿੱਲਾ ਵੱਤਰ ਹੈ ਨਾ, ਹਾਂ, ਵੀ ਟਰੈਕਟਰ ਦਾ ਨਾ ਟਾਇਰ ਖੁੱਬਦੇ ਨਹੀਂਗੇ। ਬਾਕੀ ਰੂਟਰ ਕਟਾਈ ਸਹੀ ਕਰਦਾ ਪਿਆ, ਜ਼ਮੀਨ ਬਰੀਕ ਹੋ ਰਹੀ ਆ, ਉਦੋਂ ਬੀਜੋ ਤੇ 100% ਜਰਮੀਨੇਸ਼ਨ ਆ। ਜਰਮੀਨੇਸ਼ਨ ਹੈ। ਲਓ ਜੀ, ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹੁੰਦੇ ਜੀ। ਅੱਲਾਹ ਹਾਫਿਜ਼।